ਇਹ ਜੋ ਤਸਵੀਰਾਂ ਹੁਣ ਤੁਸੀਂ ਦੇਖੀਆਂ ਨੇ, ਇਹ ਤਸਵੀਰਾਂ ਨੇ ਮੁਲਕ ਭਰ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਹੋ ਰਹੇ ਰੋਸ ਮੁਜ਼ਾਹਰੇ ਦੀਆਂ ਪ੍ਰਦਰਸ਼ਨ ਦੀਆਂ। ਭਾਰਤ ਦੇ ਨੌਜਵਾਨ ਸੜਕਾਂ ਤੇ ਨੇ, ਸੜਕਾਂ ਤੇ ਉਤਰ ਕੇ ਰੋਸ ਮੁਜ਼ਾਹਰੇ ਕਰ ਰਹੇ, ਕੇਂਦਰ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ। ਗੱਡੀਆਂ ਦੀ ਭੰਨਤੋੜ ਹੋ ਰਹੀ ਹੈ, ਕਈ ਥਾਵਾਂ ਤੇ ਰੇਲ ਗੱਡੀਆਂ ਫੂਕ ਦਿੱਤੀਆਂ ਗਈਆਂ ਨੇ ਔਰ ਇਹ ਮੁੱਦਾ ਬੜਾ ਗੰਭੀਰ ਬਣਦਾ ਜਾ ਰਿਹਾ। ਕੇਂਦਰ ਸਰਕਾਰ ਨੇ ਆਪਣੇ ਵੱਲੋਂ ਬੜੇ ਸਾਰੇ ਲੋਕ ਇਹ ਕਹਿ ਰਹੇ ਸੀ ਕਿ ਵਾਹੋ-ਵਾਹੀ ਖੱਟਣ ਦੇ ਲਈ ਇਹ ਕੰਮ ਕੀਤਾ, ਪਰ ਕੇਂਦਰ ਸਰਕਾਰ ਨੇ ਜਿਹੜੀ ਅਗਨੀਪਥ ਸਕੀਮ ਸ਼ੁਰੂ ਕੀਤੀ ਹੈ ਉਸ ਸਕੀਮ ਦੇ ਖਿਲਾਫ ਇਹ ਨੌਜਵਾਨ ਨੇ ਜਿਹੜੇ ਸੜਕਾਂ ਤੇ ਉਤਰ ਆਏ ਨੇ। ਪੂਰਾ ਮਸਲਾ ਕੀ ਹੈ, ਕਿਉਂ ਸੜਕਾਂ ਤੇ ਉਤਰੇ ਨੇ, ਕਿਉਂ ਇਹਨਾਂ ਨੂੰ ਇਹ ਸਕੀਮ ਚੰਗੀ ਨਹੀਂ ਲੱਗ ਰਹੀ, ਇਸ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਨੂੰ ਦੇਵਾਂਗੇ। ਦਰਅਸਲ ਅਗਨੀਪਥ ਜਿਹੜੀ ਸਕੀਮ ਹੈ ਉਸ ਦੇ ਖਿਲਾਫ ਇਹ ਉਹ ਨੌਜਵਾਨ ਨੇ ਜਿਹੜੇ ਲੰਬੇ ਸਮੇਂ ਤੋਂ ਭਰਤੀ ਪ੍ਰਕਿਰਿਆ ਦੇ ਵਿੱਚ, ਫੌਜ ਦੇ ਵਿੱਚ ਭਰਤੀ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੋਣ ਦੇ ਲਈ ਮਿਹਨਤ ਕਰ ਰਹੇ ਨੇ, ਇੰਤਜ਼ਾਰ ਕਰ ਰਹੇ ਸੀਗੇ ਕਿ ਕਦੋਂ ਫੌਜ ਦੇ ਵਿੱਚ ਭਰਤੀ ਖੁੱਲੇਗੀ ਤੇ ਕਦੋਂ ਅਸੀਂ ਫੌਜ ਦੇ ਵਿੱਚ ਸ਼ਾਮਲ ਹੋਵਾਂਗੇ। ਪਰ ਇਹਨਾਂ ਦਾ ਇਹ ਇਲਜ਼ਾਮ ਹੈ, ਇਹਨਾਂ ਦਾ ਇਹ ਐਲੀਗੇਸ਼ਨ ਹੈ ਕਿ ਇਸ ਸਕੀਮ ਦੇ ਨਾਲ ਉਹਨਾਂ ਦਾ ਭਵਿੱਖ ਹੈ ਜਿਹੜਾ ਹੁਣ ਧੁੰਦਲਾ ਹੋ ਗਿਆ, ਤਬਾਹ ਹੋ ਗਿਆ। ਇਸ ਤੇ ਡਿਟੇਲ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਦਰਅਸਲ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਪੂਰੀ ਸਕੀਮ ਹੈ ਕੀ ਹੈ ਔਰ ਸਰਕਾਰ ਨੇ ਕੀ ਦਾਅਵੇ ਤੇ ਵਾਅਦੇ ਕੀਤੇ ਨੇ। ਕੇਂਦਰ ਸਰਕਾਰ ਨੇ ਦੇਸ਼ ਦੇ ਹਥਿਆਰਬੰਦ ਬਲਾਂ ਦੇ ਵਿੱਚ ਭਰਤੀ ਲਈ ਅਗਨੀਪਥ ਯੋਜਨਾ ਦਾ ਐਲਾਨ ਕੀਤਾ ਹੈ। ਇਹ ਸਕੀਮ ਨੌਜਵਾਨਾਂ ਨੂੰ ਫੌਜ ਨਾਲ ਜੋੜਨ ਅਤੇ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਦੇ ਲਈ ਲਿਆਂਦੀ ਗਈ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਦਾ ਐਲਾਨ ਕੀਤਾ, ਜਿਸ ਦੇ ਤਹਿਤ ਨੌਜਵਾਨਾਂ ਨੂੰ 4 ਸਾਲਾਂ ਦੇ ਲਈ ਹਥਿਆਰਬੰਦ ਸੈਨਾਵਾਂ ਦੇ ਵਿੱਚ ਕਮਿਸ਼ਨ ਤੇ ਭਰਤੀ ਕੀਤਾ ਜਾਏਗਾ। ਇਸ ਯੋਜਨਾ ਦੇ ਤਹਿਤ 3 ਸਾਲਾਂ ਦੇ ਵਿੱਚ ਇਹਨਾਂ ਤਿੰਨੇ ਸੈਨਾਵਾਂ ਦੇ ਵਿੱਚ ਕਰੀਬਨ 46,000 ਸਿਪਾਹੀ ਨੇ ਜਿਹੜੇ ਉਹ ਭਰਤੀ ਕੀਤੇ ਜਾਣਗੇ। ਇਸ ਸਾਲ 46,000 ਸਿਪਾਹੀ ਨੇ ਜਿਹੜੇ ਇਹ ਤਿੰਨੇ ਸੈਨਾਵਾਂ ਜਲ, ਥਲ, ਵਾਯੂ ਸੈਨਾ ਦੇ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ ਜਾਏਗਾ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਸਰਕਾਰ ਜਦੋਂ ਦਾਅਵਾ ਕਰ ਰਹੀ ਹੈ ਕਿ ਇੱਕ ਅਜਿਹੀ ਸਕੀਮ ਅਸੀਂ ਲੈ ਕੇ ਆ ਰਹੇ ਹਾਂ ਜਿੱਥੇ ਨੌਜਵਾਨਾਂ ਦੀ ਭਰਤੀ ਹੋ ਸਕਦੀ ਹੈ, ਤਾਂ ਇਸ ਦਾ ਵਿਰੋਧ ਕਿਉਂ ਹੋਇਆ? ਵਿਰੋਧ ਜੰਮ ਕੇ ਹੋ ਰਿਹਾ। ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਦੇ ਹਾਂ ਕਿ ਇਸ ਸਕੀਮ ਦਾ ਵਿਰੋਧ ਕਿੱਥੇ-ਕਿੱਥੇ ਹੋ ਰਿਹਾ ਔਰ ਕੀ ਹੋਇਆ ਇਸ ਵਿਰੋਧ ਦੇ ਵਿੱਚ। ਅਗਨੀਪਥ ਯੋਜਨਾ ਲੈ ਕੇ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ। ਦਿੱਲੀ, ਯੂਪੀ, ਬਿਹਾਰ, ਹਰਿਆਣਾ, ਰਾਜਸਥਾਨ ਅਤੇ ਉੱਤਰਾਖੰਡ ਦੇ ਵਿੱਚ ਨੌਜਵਾਨ ਪ੍ਰਦਰਸ਼ਨਕਾਰੀ ਸੜਕਾਂ ਤੇ ਉਤਰ ਆਏ ਨੇ। ਸਭ ਤੋਂ ਪਹਿਲੇ ਬਿਹਾਰ ਦੀ ਜੇ ਗੱਲ ਕੀਤੀ ਜਾਵੇ ਤਾਂ ਵਿਰੋਧ ਦਾ ਸਭ ਤੋਂ ਵੱਡਾ ਅਸਰ ਬਿਹਾਰ ਦੇ ਵਿੱਚ ਹੀ ਦੇਖਣ ਨੂੰ ਮਿਲਿਆ। ਬਿਹਾਰ ਤੇ ਕੈਮੂਰ, ਛਪਰਾ ਅਤੇ ਗੋਪਾਲਗੰਜ ਦੇ ਵਿੱਚ ਪ੍ਰਦਰਸ਼ਨ ਦੌਰਾਨ ਕਈ ਨੌਜਵਾਨਾਂ ਨੇ ਰੇਲ ਗੱਡੀਆਂ ਨੂੰ ਅੱਗ ਲਗਾ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਵਿੱਚ ਭਾਜਪਾ ਦੇ ਦਫ਼ਤਰ ਦੇ ਵਿੱਚ ਵੀ ਅੱਗ ਲਾ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਨਵਾਦਾ ਤੋਂ ਭਾਜਪਾ ਵਿਧਾਇਕ ਅਰੁਣ ਦੇਵੀ ਦੀ ਗੱਡੀ ਤੇ ਪਥਰਾਅ ਕੀਤਾ, ਜਿਸ ਦੇ ਵਿੱਚ ਵਿਧਾਇਕ ਸਣੇ 5 ਲੋਕ ਨੇ ਜਿਹੜੇ ਉਹ ਜ਼ਖਮੀ ਹੋ ਗਏ ਨੇ। ਇਸੇ ਤਰ੍ਹਾਂ ਜੇ ਗੱਲ ਹਰਿਆਣਾ ਦੀ ਕੀਤੀ ਜਾਵੇ ਤਾਂ ਹਰਿਆਣਾ ਦੇ ਵਿੱਚ ਸੈਂਕੜੇ ਨੌਜਵਾਨ ਸੜਕਾਂ ਤੇ ਉਤਰੇ। ਪ੍ਰਦਰਸ਼ਨਕਾਰੀ ਗੁਰੂਗ੍ਰਾਮ, ਰੇਵਾੜੀ, ਸਿੱਧਰਾਵਾਲੀ ਖੇਤਰ ਦੇ ਵਿੱਚ ਸੜਕਾਂ ਤੇ ਉਤਰੇ। ਉਹਨਾਂ ਬੱਸ ਅੱਡਿਆਂ, ਸੜਕਾਂ ਤੇ ਜਾਮ ਲਾ ਦਿੱਤਾ, ਜਿਸ ਨਾਲ ਗੁਰੂਗ੍ਰਾਮ ਜੈਪੁਰ ਹਾਈਵੇ ਤੇ ਆਵਾਜਾਈ ਠੱਪ ਹੋ ਗਈ। ਬਿਲਾਸਪੁਰ ਚੌਂਕ ਤੇ ਵੀ ਧਰਨਾ ਲਗਾਇਆ ਗਿਆ। ਇਸ ਤੋਂ ਬਾਅਦ ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਦੇ ਹੋਇਆ ਬਿਲਾਸਪੁਰ ਚੌਂਕ ਰਸਤੇ ਦੀ ਵਰਤੋਂ ਕਰਨ ਵਾਲੇ ਸਾਰੇ ਹੀ ਯਾਤਰੀਆਂ ਨੂੰ ਵਿਕਲਪ ਰੂਟ ਦਿੱਤਾ ਕਿ ਉਸ ਵਿਕਲਪ ਰੂਟ ਦੇ ਰਾਹੀਂ ਉਹ ਚਲੇ ਜਾਣ। ਪਲਵਲ ਦੇ ਵਿੱਚ ਵੀ ਨਵੀਂ ਭਰਤੀ ਯੋਜਨਾ ਦੇ ਵਿਰੋਧ ਵਿੱਚ ਪੱਥਰਬਾਜ਼ੀ ਅਤੇ ਲਾਠੀਚਾਰਜ ਦੀਆਂ ਘਟਨਾਵਾਂ ਹੋਈਆਂ ਨੇ। ਰਿਪੋਰਟ ਦੇ ਅਨੁਸਾਰ ਗੁੱਸੇ ਦੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰੀ ਰਾਜਮਾਰਗ ਅਤੇ ਪੁਲਿਸ ਦੇ ਘੱਟੋ-ਘੱਟ 3 ਵਾਹਨਾਂ ਦੇ ਟਾਇਰ ਸਾੜ ਦਿੱਤੇ ਨੇ। ਇਹ ਇੰਨਾ ਗੁੱਸਾ, ਇੰਨਾ ਰੋਸ ਕਿਉਂ ਹੈ ਉਹ ਸਮਝਣਾ ਬੜਾ ਜ਼ਰੂਰੀ ਹੈ ਕਿ ਇੰਨਾ ਗੁੱਸਾ ਕਿਉਂ ਹੈ ਨੌਜਵਾਨਾਂ ਦੇ ਵਿੱਚ, ਇੰਨਾ ਰੋਸ ਇੱਕ ਸਕੀਮ ਦੇ ਲਈ ਕਿਉਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ, ਇਹ ਸਮਝਣਾ ਬੜਾ ਜ਼ਰੂਰੀ ਹੈ। ਦਰਅਸਲ ਜਿਹੜੇ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ, ਉਹਨਾਂ ਦਾ ਲੌਜਿਕ ਕੀ ਹੈ, ਉਹ ਤਰੱਕੀ ਦਿੰਦੇ ਨੇ, ਉਹ ਸੁਣ ਲਓ। ਵਿਰੋਧ ਕਰ ਰਹੇ ਉਮੀਦਵਾਰਾਂ ਤੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਹੀ 3 ਸਾਲਾਂ ਤੱਕ ਫੌਜ ਦੇ ਵਿੱਚ ਕੋਈ ਭਰਤੀ ਨਹੀਂ ਹੋਈ। ਲੰਬੇ ਸਮੇਂ ਤੋਂ ਅਸੀਂ ਇੰਤਜ਼ਾਰ ਕਰ ਰਹੇ ਸੀਗੇ, ਲੰਬੇ ਸਮੇਂ ਤੋਂ ਅਸੀਂ ਤਿਆਰੀ ਕਰ ਰਹੇ ਹਾਂ ਔਰ ਹੁਣ ਇਹ ਸਕੀਮ ਦੇ ਤਹਿਤ ਸਾਡੀ ਰੋਜ਼ੀ ਰੋਟੀ ਤੇ ਲੱਤ ਮਾਰੀ ਜਾ ਰਹੀ ਹੈ। ਹੁਣ ਸਿਰਫ 4 ਸਾਲ ਦੀ ਨੌਕਰੀ ਦੀ ਸਕੀਮ ਸਰਕਾਰ ਲੈ ਕੇ ਆਈ ਹੈ, ਇਹ ਸਰਾਸਰ ਧੋਖਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ 4 ਸਾਲ ਦੀ ਨੌਕਰੀ ਕਿਵੇਂ ਦੀ ਹੋ ਸਕਦੀ ਹੈ? 4 ਸਾਲ ਤੋਂ ਬਾਅਦ ਸਾਡਾ ਭਵਿੱਖ ਹਨੇਰੇ 'ਚ ਹੋਵੇਗਾ, ਉਸ ਦੀ ਗਰੰਟੀ ਕੌਣ ਦੇਗਾ ਕਿ 4 ਸਾਲਾਂ ਬਾਅਦ ਵੀ ਸਾਨੂੰ ਨੌਕਰੀ ਕੋਈ ਹੋਰ ਮਿਲ ਸਕਦੀ ਹੈ? ਕਿਉਂਕਿ ਜੇਕਰ 8 ਮਹੀਨੇ ਦੀ ਟ੍ਰੇਨਿੰਗ ਤੇ 6 ਮਹੀਨੇ ਦੀ ਛੁੱਟੀ ਹੋਏਗੀ ਤਾਂ 3 ਸਾਲਾਂ ਦੇ ਵਿੱਚ ਅਸੀਂ ਮੁਲਕ ਦੀ ਰੱਖਿਆ ਕਿਵੇਂ ਕਰਾਂਗੇ ਜਾਂ ਕੀ ਕਰਾਂਗੇ? ਇਸ ਦੇ ਨਾਲ ਹੀ ਆਪਣੇ ਭਵਿੱਖ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਕੀਤਾ ਕਿ 4 ਸਾਲ ਬਾਅਦ ਕਿੱਥੇ ਜਾਵਾਂਗੇ, ਜਿਵੇਂ ਪਹਿਲਾਂ ਦੱਸਿਆ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਪੈਸੇ ਨੂੰ ਲੈ ਕੇ ਸਵਾਲ ਚੁੱਕਿਆ, ਸੈਲਰੀ ਨੂੰ ਲੈ ਕੇ ਸਵਾਲ ਚੁੱਕਿਆ ਕਿ ਅਗਨੀਵੀਰਾਂ ਦੀ ਤਨਖਾਹ 30,000 ਰੁਪਏ ਤੈਅ ਕੀਤੀ ਗਈ ਹੈ, ਕੱਟ ਕੇ 21,000 ਰੁਪਏ ਉਹਨਾਂ ਦੇ ਹੱਥ ਦੇ ਵਿੱਚ ਆਣਗੇ। ਇਸ ਲਈ ਘੱਟ ਤਨਖਾਹ ਹੈ, ਘੱਟ ਤਨਖਾਹ ਦੇ ਵਿੱਚ ਗੁਜ਼ਾਰਾ ਕਿਵੇਂ ਹੋਏਗਾ? ਇੱਥੇ ਇੱਕ ਵੱਡੀ ਗੱਲ ਇਹ ਵੀ ਹੈ ਕਿ ਜਿਹੜੀ ਅਗਨੀਪਥ ਸਕੀਮ ਹੈਗੀ ਹੈ ਇਸ ਦੇ ਵਿੱਚ ਉਮਰ ਤੈਅ ਕੀਤੀ ਗਈ ਹੈ 17.5 ਸਾਲ ਤੋਂ ਲੈ ਕੇ 21 ਸਾਲ ਤੱਕ। ਹੁਣ ਸਵਾਲ ਇਹ ਖੜਾ ਹੁੰਦਾ ਹੈ, ਬਹੁਤ ਸਾਰੇ ਨੌਜਵਾਨ ਉਹ ਨੇ ਜਿਹੜੇ ਓਵਰਏਜ ਹੋ ਚੁੱਕੇ ਨੇ, ਜੋ ਲੰਬਾ ਸਮਾਂ ਇੰਤਜ਼ਾਰ ਕਰਦੇ ਰਹੇ, ਜਿਨ੍ਹਾਂ ਦੀ ਉਮਰ 22 ਸਾਲ, 23 ਸਾਲ, 24 ਸਾਲ ਹੈਗੀ ਹੈ, ਉਹ ਇਸ ਗੱਲ ਦਾ ਇੰਤਜ਼ਾਰ ਕਰਦੇ ਰਹੇ ਕਿ ਕਦੋਂ ਜਨਰਲ ਭਰਤੀ ਖੁੱਲੇਗੀ, ਅਸੀਂ ਉਸ ਭਰਤੀ ਦੇ ਤਹਿਤ ਫੌਜ ਦੇ ਵਿੱਚ ਸ਼ਾਮਲ ਹੋਵਾਂਗੇ। ਇਹ ਖਦਸ਼ਾ, ਸਭ ਤੋਂ ਵੱਡਾ ਜਿਹੜਾ ਖਦਸ਼ਾ ਹੈ ਉਹ ਸਤਾ ਰਿਹਾ ਇਹਨਾਂ ਨੂੰ
ਕਿ ਇਸ ਭਰਤੀ ਪ੍ਰਕਿਰਿਆ ਦੇ ਨਾਲ ਰੈਗੂਲਰ ਜਿਹੜੀ ਭਰਤੀ ਪ੍ਰਕਿਰਿਆ ਹੁੰਦੀ ਹੈ ਉਸ ਨੂੰ ਬੰਦ ਕਰ ਦਿੱਤਾ ਜਾਏਗਾ, ਉਹ ਭਰਤੀ ਨਹੀਂ ਕੀਤੀ ਜਾਏਗੀ। ਸਿੱਧਾ ਕੇਂਦਰ ਸਰਕਾਰ ਆਪਣਾ ਪੈਸਾ ਬਚਾਉਣਾ ਚਾਹੁੰਦੀ ਹੈ, ਆਪਣਾ ਮਾਲੀਆ ਬਚਾਉਣਾ ਚਾਹੁੰਦੀ ਹੈ, ਕਿਉਂਕਿ ਜੋ ਰੈਗੂਲਰ ਭਰਤੀ ਕਰਾਂਗੇ ਤਾਂ ਰੈਗੂਲਰ ਭਰਤੀ ਦੇ ਵਿੱਚ ਤਨਖਾਹ ਵੀ ਮੋਟੀ ਦੇਣੀ ਪਏਗੀ, ਸਾਰੀਆਂ ਸਹੂਲਤਾਵਾਂ ਵੀ ਦੇਣੀਆਂ ਪੈਣੀਆਂ, ਰਿਟਾਇਰਮੈਂਟ ਵੀ ਦੇਣੀ ਪੈਣੀ ਹੈ, ਪੈਨਸ਼ਨ ਵੀ ਦੇਣਾ ਪੈਣਾ। ਇਹ ਸਾਰੀਆਂ ਚੀਜ਼ਾਂ ਨੂੰ ਬਚਾਉਣ ਦੇ ਲਈ ਆਰਜੀ ਤੌਰ ਤੇ ਫੌਜ ਦੇ ਵਿੱਚ ਭਰਤੀ ਦਾ ਰਾਹ ਖੋਲਿਆ ਗਿਆ। ਇਸ ਕਰਕੇ ਰੈਗੂਲਰ ਜਿਹੜੀ ਭਰਤੀ ਹੈ ਉਸ ਨੂੰ ਵੱਡੀ ਢਾਲ ਲੱਗੇਗੀ। ਇਹ ਨੌਜਵਾਨਾਂ ਦਾ ਖਦਸ਼ਾ। ਹੁਣ ਇਸ ਖਦਸ਼ੇ ਨੂੰ ਕੇਂਦਰ ਸਰਕਾਰ ਨੇ ਦੂਰ ਤਾਂ ਕੀਤਾ। ਕੇਂਦਰ ਸਰਕਾਰ ਕਹਿ ਰਹੀ ਹੈ ਕਿ ਇਸ ਦਾ रूटीन ਦੇ ਵਿੱਚ ਜਿਹੜੀ ਭਰਤੀ ਹੋ ਰਹੀ ਹੈ ਉਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪਰ ਸਰਕਾਰ ਨੇ ਇੱਕ ਵਾਰ ਫਿਰ ਤੋਂ ਇਹ ਕਹਿ ਦਿੱਤਾ ਹੈ ਕਿ ਅਸੀਂ ਇਹ ਸਕੀਮ ਬੰਦ ਨਹੀਂ ਕਰਾਂਗੇ, ਜਿੰਨਾ ਮਰਜ਼ੀ ਪ੍ਰਦਰਸ਼ਨ ਹੋਵੇ ਅਗਨੀਪਥ ਸਕੀਮ ਹੁਣ ਬੰਦ ਨਹੀਂ ਹੋਵੇਗੀ। ਹੁਣ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਅਗਨੀਪਥ ਸਕੀਮ ਦੇ ਤਹਿਤ ਜਿਹੜੇ ਨੌਜਵਾਨ ਫੌਜ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਨੂੰ ਅਗਨੀਵੀਰ ਦਾ ਟਾਈਟਲ ਦਿੱਤਾ ਜਾ ਰਿਹਾ। ਅਗਨੀਵੀਰ ਕੌਣ ਬਣ ਸਕਦਾ ਇਹ ਵੀ ਸਮਝਣਾ ਬੜਾ ਜ਼ਰੂਰੀ ਹੈ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਪਹਿਲਾਂ ਹੀ ਮੁਲਕ ਦੇ ਵਿੱਚ ਬੇਰੁਜ਼ਗਾਰੀ ਚਰਮ ਸੀਮਾ ਤੇ ਪਹੁੰਚ ਚੁੱਕੀ ਹੈ। ਜੇ ਕੇਂਦਰ ਸਰਕਾਰ ਇੱਕ ਸਕੀਮ ਲੈ ਕੇ ਆਈ ਹੈ, ਉਸ ਸਕੀਮ ਦੇ ਤਹਿਤ ਦੋਵੇਂ ਚੀਜ਼ਾਂ ਹੱਲ ਹੋ ਸਕਦੀਆਂ ਨੇ। ਇੱਕ ਤਾਂ ਬੇਰੁਜ਼ਗਾਰੀ ਤੇ ਵੀ ਠੱਲ ਪਏਗੀ, ਦੂਜੇ ਪਾਸੇ ਮੁਲਕ ਦੀ ਰੱਖਿਆ ਵੀ ਹੋਏਗੀ। ਪਰ ਨੀਅਤ ਤੇ ਨੀਤੀ ਦੇ ਵਿੱਚ ਫਰਕ ਲੱਗ ਰਿਹਾ। ਨੌਜਵਾਨਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਦੀ ਨੀਅਤ ਤੇ ਨੀਤੀ ਦੇ ਵਿੱਚ ਖੋਟ ਹੈ। ਇਹ ਨੌਜਵਾਨ ਕਹਿ ਰਹੇ ਨੇ ਨੀਅਤ ਦੇ ਵਿੱਚ ਕੀ ਖੋਟ ਹੈ, ਉਹ ਇਹ ਚਾਹੁੰਦੇ ਨੇ ਕਿ ਰੈਗੂਲਰ ਭਰਤੀ ਬੰਦ ਹੋ ਜੇ, ਆਰਜੀ ਤੌਰ ਤੇ ਭਰਤੀ ਕੀਤੀ ਜਾਵੇ। ਨੀਤੀ ਦੇ ਵਿੱਚ ਕੀ ਖੋਟ ਹੈ, 4 ਸਾਲ ਦੇ ਲਈ ਇਹ ਨੌਜਵਾਨਾਂ ਨੂੰ ਰੱਖਿਆ ਜਾਵੇ, 4 ਸਾਲ ਬਾਅਦ ਦੁਬਾਰਾ ਭਰਤੀ ਖੋਲੀ ਜਾਵੇ। 4 ਸਾਲ ਇਹਨਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਗਿਆ, 4 ਸਾਲ ਅਗਲੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਗਿਆ, ਫਿਰ 4 ਸਾਲ ਅਗਲੇ ਨੌਜਵਾਨ ਨੂੰ ਰੋਜ਼ਗਾਰ ਮਿਲ ਗਿਆ। ਉਸ ਦੇ ਨਾਲ ਹੋਏਗਾ ਕਿ ਜਦੋਂ ਡੇਟਾ ਕਨਕਲੂਡ ਕੀਤਾ ਜਾਏਗਾ ਕਿ ਮੁਲਕ ਦੇ ਵਿੱਚ ਬੇਰੁਜ਼ਗਾਰੀ ਦੀ ਦਰ ਕਿੰਨੀ ਹੈ, ਪੱਧਰ ਕਿੰਨਾ ਹੈ, ਤਾਂ ਇਹ ਕਾਊਂਟਿੰਗ ਹੈ ਜਿਹੜੀ ਉਹਨਾਂ ਦੇ ਵਿੱਚ ਆ ਜਾਏਗੀ ਕਿ ਇਹ ਰੋਜ਼ਗਾਰ ਮਿਲ ਚੁੱਕਿਆ ਇਹਨਾਂ ਨੌਜਵਾਨਾਂ ਨੂੰ। ਉਹ ਕਹਿ ਰਹੇ ਨੇ ਕਿ ਇਹ ਨੀਤੀ ਹੈ ਜਿਹੜੀ ਇਸ ਦੇ ਵਿੱਚ ਸਰਕਾਰ ਦੀ ਖੋਟ ਹੈ। ਅਗਨੀਵੀਰ ਬਣਨ ਦੇ ਲਈ ਉਮੀਦਵਾਰ ਦੀ ਉਮਰ 17.5 ਸਾਲ ਤੋਂ 21 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਫੌਜ ਇਸ ਲਈ ਇੱਕ ਵਿਸ਼ੇਸ਼ ਭਰਤੀ ਰੈਲੀ ਆਯੋਜਿਤ ਕਰੇਗੀ, ਕੈਂਪਸ ਇੰਟਰਵਿਊ ਵੀ ਕੀਤਾ ਜਾਏਗਾ। ਕਿਸੇ ਵੀ ਸਟਰੀਮ ਦੇ 12ਵੀਂ ਪਾਸ ਨੌਜਵਾਨ ਭਰਤੀ ਲਈ ਅਪਲਾਈ ਕਰਨ ਦੇ ਯੋਗ ਹੋਣਗੇ। ਇਹ ਜਾਣਕਾਰੀ ਅਸੀਂ ਤੁਹਾਨੂੰ ਇਸ ਕਰਕੇ ਦੇ ਰਹੇ ਹਾਂ ਕਿ ਇਹ ਤੁਸੀਂ ਤੈਅ ਕਰਨਾ ਹੈ ਕਿ ਇਹ ਸਕੀਮ ਠੀਕ ਹੈ ਕਿ ਨਹੀਂ ਠੀਕ। 12ਵੀਂ ਤੋਂ ਬਾਅਦ ਕੀ ਤੁਸੀਂ ਫੌਜ ਦੇ ਵਿੱਚ ਇਸ ਸਕੀਮ ਦੇ ਤਹਿਤ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਇਹ ਸ਼ਰਤਾਂ ਤੇ ਕੁਝ ਨਿਯਮ ਨੇ, ਇਹ ਤੁਹਾਡੇ ਸਾਹਮਣੇ ਰੱਖਣੇ ਬੜੇ ਜ਼ਰੂਰੀ ਨੇ। ਬਾਕੀ ਤੁਸੀਂ ਤੈਅ ਕਰੋਗੇ ਕਿ ਇਹ ਤੁਹਾਡੇ ਲਈ ਠੀਕ ਹੈ ਕਿ ਨਹੀਂ। ਫੌਜ ਨੇ ਸਪਸ਼ਟ ਕੀਤਾ ਕਿ ਹੁਣ ਫੌਜ ਦੇ ਵਿੱਚ ਭਰਤੀ ਸਿਰਫ ਅਗਨੀਪਥ ਸਕੀਮ ਦੇ ਤਹਿਤ ਹੀ ਹੋਵੇਗੀ। ਪਹਿਲਾਂ ਵਾਲੀ ਭਰਤੀ ਪ੍ਰਕਿਰਿਆ ਖਤਮ ਹੋ ਜਾਏਗੀ। ਇਹ ਜਿਹੜਾ ਕਲੌਜ਼ ਪਾਇਆ, ਇਹ ਪਹਿਲਾਂ ਪਾਇਆ ਸੀਗਾ, ਹੁਣ ਸਪਸ਼ਟੀਕਰਨ ਨੇ ਦਿੱਤਾ ਕਿ ਨਹੀਂ, ਭਰਤੀ ਪ੍ਰਕਿਰਿਆ ਰੈਗੂਲਰ ਵੀ ਹੈ ਜਿਹੜੀ ਉਹ ਚੱਲਦੀ ਰਹੇਗੀ। ਭਰਤੀ ਕੁੱਲ 4 ਸਾਲਾਂ ਲਈ ਹੋਵੇਗੀ ਅਤੇ ਸਿਰਫ 25% ਅਗਨੀਵੀਰਾਂ ਨੂੰ ਹੀ ਫੌਜ ਦੇ ਵਿੱਚ ਸਥਾਈ ਕਮਿਸ਼ਨ ਤੇ ਰੱਖਿਆ ਜਾਏਗਾ। 75% ਨੂੰ ਫ੍ਰੀ ਕਰ ਦਿੱਤਾ ਜਾਏਗਾ 4 ਸਾਲਾਂ ਬਾਅਦ। ਇਸੇ ਦੌਰਾਨ ਅਗਨੀਵੀਰਾਂ ਨੂੰ ਪਹਿਲੇ ਸਾਲ 30,000 ਤੋਂ ਲੈ ਕੇ ਚੌਥੇ ਸਾਲ ਤੱਕ 40,000 ਤੱਕ ਦਾ ਪੈਕੇਜ ਦਿੱਤਾ ਜਾਏਗਾ। ਇਸ ਤੋਂ ਇਲਾਵਾ ਜੋਖਮ, ਰਾਸ਼ਨ, ਵਰਦੀ ਅਤੇ ਯੋਗ ਯਾਤਰਾ ਭੱਤਾ ਵੀ ਦਿੱਤਾ ਜਾਏਗਾ, ਜਿਸ ਨੂੰ ਆਪਾਂ TADA ਕਹਿੰਦੇ ਆ, ਕੁਝ ਹਿੱਸਾ ਉਹਨਾਂ ਦਾ ਵੀ ਤੁਹਾਨੂੰ ਮਿਲੇਗਾ। ਇਸ ਤੋਂ ਇਲਾਵਾ ਅਗਨੀਵੀਰਾਂ ਲਈ 4 ਸਾਲਾਂ ਤੋਂ ਬਾਅਦ 10 ਲੱਖ ਰੁਪਏ ਇਨਕਮ ਟੈਕਸ ਮੁਕਤ ਹੋਵੇਗਾ। ਇਹ ਸਮਝਣਾ ਬੜਾ ਜ਼ਰੂਰੀ ਹੈ। ਬੜੇ ਸਾਰੇ ਲੋਕਾਂ ਨੂੰ ਇਹ ਸ਼ਾਇਦ ਭੁਲੇਖਾ ਲੱਗ ਰਿਹਾ ਕਿ 4 ਸਾਲਾਂ ਬਾਅਦ 10 ਲੱਖ ਰੁਪਏ ਜਿਹੜਾ ਸਰਕਾਰ ਦੇਗੀ। ਨਹੀਂ, ਇਹ ਕਿਹਾ ਗਿਆ ਕਿ 4 ਸਾਲਾਂ ਬਾਅਦ ਜੇਕਰ ਤੁਸੀਂ ਕੋਈ ਰੁਜ਼ਗਾਰ ਖੋਲ੍ਹਦੇ ਹੋ, ਆਪਣਾ ਕੋਈ ਜੌਬ ਕਰਦੇ ਹੋ, ਤੁਹਾਡੀ ਸਾਲਾਨਾ ਕਮਾਈ 10 ਲੱਖ ਰੁਪਏ ਤੱਕ ਹੁੰਦੀ ਹੈ ਤਾਂ 10 ਲੱਖ ਰੁਪਏ ਤੱਕ ਤੁਹਾਨੂੰ ਇਨਕਮ ਟੈਕਸ ਨਹੀਂ ਪੇ ਕਰਨਾ ਪਏਗਾ। ਇਹ ਸਮਝਣਾ ਬੜਾ ਜ਼ਰੂਰੀ ਹੈ। ਕਨਫਿਊਜ਼ਨ ਲੋਕਾਂ ਦੇ ਵਿੱਚ ਆ, ਉਹ ਦੂਰ ਕਰ ਦਈਏ। ਸਰਕਾਰ ਕਹਿੰਦੀ ਕਿ 4 ਸਾਲਾਂ ਬਾਅਦ ਤੁਸੀਂ ਜਦੋਂ ਫੌਜ ਦੇ ਵਿੱਚੋਂ ਬਾਹਰ ਆ ਕੇ ਤੁਸੀਂ ਕੋਈ ਕੰਮ ਧੰਦਾ ਕਰਨ ਲੱਗੇ ਜਾਂ ਕੋਈ ਰੋਜ਼ਗਾਰ ਕਰਨ ਲੱਗੇ ਜਾਂ ਕੋਈ ਜੌਬ ਕਰਨ ਲੱਗੇ ਤਾਂ 10 ਲੱਖ ਰੁਪਏ ਤੱਕ ਜਿੰਨੀ ਤੁਹਾਡੀ ਸਾਲਾਨਾ ਆਮਦਨ ਹੈ ਉਹਦੇ ਤੇ ਕੋਈ ਟੈਕਸ ਨਹੀਂ ਲੱਗੇਗਾ। ਜੇ 10 ਲੱਖ ਤੋਂ ਉੱਤੇ ਤੁਸੀਂ ਕਮਾਉਂਦੇ ਹੋ ਉਸ ਤੇ ਸਿਰਫ ਟੈਕਸ ਲੱਗੇਗਾ। ਇਹ ਟੈਕਸ ਰਿਬੇਟ ਹੈ ਇੱਕ ਤਰ੍ਹਾਂ ਦੀ, ਤੁਹਾਨੂੰ ਮਿਲੇਗੀ। ਇਸ ਤੋਂ ਇਲਾਵਾ ਸੰਯੁਕਤ ਫੰਡ ਤੇ ਇਕੱਤਰ ਹੋਏ ਵਿਆਜ ਦਾ ਵੀ ਲਾਭ ਮਿਲੇਗਾ। ਜਿਹੜਾ PF ਹੁੰਦਾ, ਉਹ PF ਦੇ ਉੱਤੇ ਵਿਆਜ ਜਿਹੜਾ ਉਹ ਵੀ ਤੁਹਾਨੂੰ 4 ਸਾਲਾਂ ਦੇ ਵਿੱਚ ਜਿੰਨਾ ਇਕੱਠਾ ਹੋਏਗਾ ਉਹ ਵੀ ਮਿਲੇਗਾ। ਜਿਹੜੇ ਉਮੀਦਵਾਰ 4 ਸਾਲ ਦਾ ਕਾਰਜਕਾਲ ਪੂਰਾ ਕਰ ਚੁੱਕੇ ਨੇ ਉਹ ਹੋਰ ਆਮ ਨੌਕਰੀਆਂ ਕਰਨ ਦੇ ਯੋਗ ਹੋਣਗੇ। 4 ਸਾਲਾਂ ਬਾਅਦ ਤੁਸੀਂ ਬਾਹਰ ਨਿਕਲ ਕੇ ਕੋਈ ਹੋਰ ਜੌਬ ਵੀ ਕਰ ਸਕਦੇ ਹੋ। 4 ਸਾਲਾਂ ਬਾਅਦ ਉਮੀਦਵਾਰ ਰੈਗੂਲਰ ਕੈਡਰ ਦੇ ਲਈ ਵਲੰਟੀਅਰ ਵੀ ਕਰ ਸਕਣਗੇ। ਫੌਜ ਦੇ ਵਿੱਚ ਅਸਾਮੀਆਂ ਖਾਲੀ ਹੋਣ ਦੀ ਸੂਰਤ ਵਿੱਚ ਮੈਰਿਟ ਦੇ ਆਧਾਰ ਤੇ ਅਗਨੀਵੀਰਾਂ ਨੂੰ ਸਥਾਈ ਭਰਤੀ ਵੀ ਦਿੱਤੀ ਜਾਏਗੀ। ਇਹ ਸਾਰਾ ਮਸਲਾ ਹੈਗਾ। ਕੇਂਦਰ ਸਰਕਾਰ ਆਪਣੇ ਤੌਰ ਤੇ ਕਹਿ ਰਹੀ ਹੈ ਕਿ ਅਸੀਂ ਨੌਜਵਾਨਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਚਾਹੁੰਦੇ ਹਾਂ। ਉਹਨਾਂ ਨੌਜਵਾਨਾਂ ਨੂੰ ਇਹ ਟ੍ਰੇਨਿੰਗ ਦੇਣਾ ਚਾਹੁੰਦੇ ਹਾਂ ਫੌਜ ਦੇ ਵਿੱਚ। ਉਹਨਾਂ ਨੌਜਵਾਨਾਂ ਦੀ ਬੇਰੁਜ਼ਗਾਰੀ ਦੀ ਦਰ ਖਤਮ ਕਰਨਾ ਚਾਹੁੰਦੇ ਹਾਂ। ਦੂਜੇ ਪਾਸੇ ਉਹ ਨੌਜਵਾਨ ਜਿਹੜੇ ਫੌਜ ਦੇ ਵਿੱਚ ਭਰਤੀ ਤਾਂ ਹੋਣਾ ਚਾਹੁੰਦੇ ਨੇ ਪਰ ਇਸ ਸਕੀਮ ਦੇ ਤਹਿਤ ਉਹ ਭਰਤੀ ਨਹੀਂ ਹੋਣਾ ਚਾਹੁੰਦੇ, ਉਹਨਾਂ ਨੂੰ ਲੱਗਦਾ ਹੈ ਕਿ ਇਹ ਟੈਂਪਰੇਰੀ ਫੇਸ ਹੈਗਾ। ਇਹ 4 ਸਾਲਾਂ ਦੇ ਲਈ ਸਿਰਫ ਡੰਗ ਟਪਾਊ ਕੰਮ ਹੋਊਗਾ ਕਿ 4 ਸਾਲਾਂ ਦੇ ਲਈ ਤੁਸੀਂ ਭਰਤੀ ਹੋਵੋ, 4 ਸਾਲਾਂ ਬਾਅਦ ਤੁਸੀਂ ਬਾਹਰ ਆਓ, ਫਿਰ ਤੁਸੀਂ ਕਰੋਗੇ ਕਿ ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ। ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਖਦਸ਼ਾ ਉਹ ਬੜਾ ਵਾਜਬ ਲੱਗ ਰਿਹਾ ਕਿ +2 ਕਰਕੇ ਤੁਸੀਂ ਫੌਜ ਦੇ ਵਿੱਚ ਚਲੇ ਗਏ,
4 ਸਾਲ ਤੁਹਾਡੇ ਫੌਜ ਦੇ ਵਿੱਚ ਲੰਘ ਗਏ, ਤੁਹਾਡੀ ਕੁਆਲੀਫਿਕੇਸ਼ਨ ਹੈ ਜਿਹੜੀ ਉਹ 12ਵੀਂ ਤੱਕ ਰਹੀ, 4 ਸਾਲ ਬਾਅਦ ਤੁਸੀਂ ਫੌਜ ਦੇ ਵਿੱਚੋਂ ਬਾਹਰ ਆਏ, ਫਿਰ 12ਵੀਂ ਦੇ ਆਧਾਰ ਤੇ ਤੁਸੀਂ ਨੌਕਰੀ ਕਿੱਥੋਂ ਕਰੋਗੇ, ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੋਏਗਾ। ਜਾਂ 12ਵੀਂ ਦੇ ਆਧਾਰ ਤੇ ਜਿਹੜੀ ਤੁਹਾਨੂੰ ਜੌਬ ਮਿਲੇਗੀ ਉਹ ਕਿਸ ਲੈਵਲ ਦੀ ਹੋਏਗੀ, ਇਹ ਵੀ ਤੁਹਾਨੂੰ ਸਮਝਣਾ ਬੜਾ ਜ਼ਰੂਰੀ ਹੈ। ਸੋ ਇਹ ਕੁਝ ਨੁਕਤੇ ਨੇ ਜਿਹੜੇ ਜਿਨ੍ਹਾਂ ਕਰਕੇ ਉਹ ਵਿਰੋਧ ਪ੍ਰਦਰਸ਼ਨ ਕਰ ਰਹੇ, ਧਰਨਾ ਕਰ ਰਹੇ ਨੇ, ਕਿਉਂਕਿ ਬੜੇ ਹੀ ਨੌਜਵਾਨ ਸਿਰਫ ਫੌਜ ਦੀ ਭਰਤੀ ਦਾ ਇੰਤਜ਼ਾਰ ਕਰਦੇ ਨੇ ਕਿ ਕਦੋਂ ਭਰਤੀ ਖੁੱਲੇਗੀ। ਜੇਕਰ ਤੁਹਾਡੇ ਇਲਾਕੇ ਦੇ ਵਿੱਚ ਨੇੜੇ ਤੇੜੇ ਕੋਈ ਵੀ ਫੌਜੀ ਇਲਾਕਾ ਹੈਗਾ ਤਾਂ ਤੁਸੀਂ ਦੇਖੋਗੇ ਕਿ ਜਦੋਂ ਭਰਤੀ ਖੁੱਲਦੀ ਹੈ ਤਾਂ ਲੰਬੀਆਂ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਨੌਜਵਾਨਾਂ ਦੀਆਂ ਭਰਤੀ ਦੇ ਵਿੱਚ ਸ਼ਾਮਲ ਹੋਣ ਦੇ ਲਈ। ਇਹ ਉਹੀ ਨੌਜਵਾਨ ਨੇ ਜਿਹੜੇ ਲੰਬੇ ਸਮੇਂ ਤੋਂ ਤਿਆਰੀ ਕਰ ਰਹੇ ਸੀਗੇ ਕਿ ਕਦੋਂ ਫੌਜ ਦੀ ਖੁੱਲੀ ਭਰਤੀ ਜਾਂ ਆਮ ਭਰਤੀ ਜਿਹਨੂੰ ਕਹਿੰਦੇ ਆ ਖੁੱਲੇਗੀ ਤਾਂ ਅਸੀਂ ਉਸ ਦੇ ਵਿੱਚ ਸ਼ਾਮਲ ਹੋਵਾਂਗੇ, ਪਰ ਉਹ ਨੌਜਵਾਨ ਹੁਣ ਸ਼ਾਮਲ ਨਹੀਂ ਹੋ ਪਾਣਗੇ। ਇਹ ਉਹਨਾਂ ਦਾ ਖਦਸ਼ਾ ਹੈ ਕਿ ਇਹ ਜਿਹੜੀ ਅਗਨੀਪਥ ਸਕੀਮ ਹੈਗੀ ਹੈ ਇਹ ਕਾਫੀ ਹੱਦ ਤੱਕ ਜਿਹੜੀ ਹੈ ਉਹਨਾਂ ਦੇ ਨੁਕਸਾਨਦਾਇਕ ਵੀ ਹੈਗੀ ਹੈ, ਕਿਉਂਕਿ ਉਹ ਉਹਨਾਂ ਦੀ ਜਿਹੜੀ ਉਮਰ ਹੈਗੀ ਹੈ ਉਹ ਵੀ ਉਸ ਤੋਂ ਕ੍ਰਾਸ ਕਰ ਚੁੱਕੀ ਹੈ। ਇਸ ਕਰਕੇ ਇਹ ਜਿਹੜੀ ਸਕੀਮ ਹੈ ਇਸ ਦਾ ਵਿਰੋਧ ਕਰ ਰਹੇ ਨੇ, ਪਰ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਤੋਂ ਸਾਫ਼ ਕਰ ਦਿੱਤਾ ਹੈ ਇਹ ਸਕੀਮ ਚੱਲੇਗੀ, ਇਹ ਸਕੀਮ ਹੁਣ ਬੰਦ ਨਹੀਂ ਹੋਵੇਗੀ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।